ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਮੈਂ ਸੁਖਦੀਪ ਕੌਰ ਸੰਧੂ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਪੰਜਾਬ ਮੇਲ ਖਬਰਾਂ ਦੇ ਸਪਾਂਸਰ ਨੇ ਰੀਅਲ ਐਸਟੇਟ ਬ੍ਰੋਕਰ ਮੋਹਨ ਚੀਮਾ, ਰੀਅਲ ਐਸਟੇਟ ਦੀ ਦੁਨੀਆ ਦਾ ਮੰਨਿਆ ਪ੍ਰਮੰਨਿਆ ਨਾਮ। ਪਹਿਲਾਂ ਪੇਸ਼ ਨੇ ਚੋਣਵੀਆਂ ਖਬਰਾਂ। ਬਾਈਡਨ ਨੇ ਈਰਾਨ ਨੂੰ ਡਰਾਉਣ ਲਈ ਸੀਰੀਆ 'ਚ ਕਰਵਾਏ ਹਵਾਈ ਹਮਲੇ, 17 ਮਰੇ। ਗੁਤਰਸ ਨੇ ਕੀਤਾ ਭਾਰਤ ਪਾਕਿਸਤਾਨ ਵਿਚਾਲੇ ਜੰਗਬੰਦੀ ਦਾ ਸਵਾਗਤ। ਕੈਨੇਡਾ ਵਿੱਚ PR ਅਰਜ਼ੀਆਂ ਕੋਰੋਨਾ ਕਰਕੇ ਅਟਕੀਆਂ। ਅਮਰੀਕਾ ਨੇ 5 ਕਰੋੜ ਲੋਕਾਂ ਦਾ ਕੀਤਾ ਰਿਕਾਰਡ ਕੋਵਿਡ ਟੀਕਾਕਰਨ। ਕੈਨੇਡਾ ਦੇ ਫੌਜ ਮੁਖੀ ਵੱਲੋਂ ਅਸਤੀਫਾ। ਨਵਰੀਤ ਸਿੰਘ ਦੀ ਮੌਤ ਗੋਲੀ ਲੱਗਣ ਨਾਲ ਨਹੀਂ ਹੋਈ। 5 ਰਾਜਾਂ ਲਈ ਚੋਣ ਬਿਗਲ ਵੱਜਿਆ। ਪੈਟਰੋਲ ਡੀਜ਼ਲ ਦੀਆਂ ਕੀਮਤਾਂ 'ਚ ਹੋਰ ਇਜ਼ਾਫਾ, ਮਹਿੰਗਾਈ ਨੇ ਤੋੜੇ ਰਿਕਾਰਡ। ਜ਼ਮਾਨਤ ਤੋਂ ਬਾਅਦ ਨੌਦੀਪ ਕੌਰ ਨੇ ਕਿਸਾਨਾਂ ਦੇ ਹੱਕ 'ਚ ਚੁੱਕੀ ਆਵਾਜ਼, ਕਿਹਾ ਫਿਰ ਜਾਵਾਂਗੀ ਸਿੰਘੂ ਬਾਰਡਰ। ਬਰਨਾਲਾ 22 ਸਾਲਾ ਲੜਕੀ ਨੇ ਲਾਏ ਇਲਜ਼ਾਮ, 8 ਮਹੀਨੇ ਬੰਦਕ ਬਣਾ ਹੁੰਦਾ ਰਿਹਾ ਬਲਾਤਕਾਰ। ਮਾਮਲੇ 'ਚ 3 ਥਾਣੇਦਾਰ ਸਸਪੈਂਡ। ਚੋਣ ਕਮਿਸ਼ਨ ਤੇ ਮਮਤਾ ਨੇ ਚੁੱਕੇ ਸਵਾਲ, 8 ਪੜਾਵਾਂ 'ਚ ਵੋਟਿੰਗ ਤੇ ਜਤਾਇਆ ਇਤਰਾਜ਼। ਹੁਣ ਖਬਰਾਂ ਵਿਸਥਾਰ ਨਾਲ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਹੈ ਕਿ ਪੂਰਬੀ ਸੀਰੀਆ 'ਚ ਈਰਾਨ ਸਮਰਥਕ ਮਲੀਸ਼ੀਆ ਗਰੁੱਪ ਦੇ ਖਿਲਾਫ ਅਮਰੀਕੀ 에ਅਰ ਸਟ੍ਰਾਈਕ ਈਰਾਨ ਲਈ ਇੱਕ ਵੱਡੀ ਚੇਤਾਵਨੀ ਹੈ। ਉਨ੍ਹਾਂ ਸ਼ੁੱਕਰਵਾਰ ਨੂੰ ਹਾਊਸਟਨ ਵਿੱਚ ਕਿਹਾ ਹੈ ਕਿ ਈਰਾਨ ਇਸ ਨੂੰ ਚੇਤਾਵਨੀ ਵਜੋਂ ਲਵੇ। ਇਸ ਤੋਂ ਪਹਿਲਾਂ ਬਾਈਡਨ ਦੀ ਪ੍ਰੈਸ ਸਕੱਤਰ ਜੇਨ ਸਾਕੀ ਨੇ ਸਟ੍ਰਾਈਕ ਨੂੰ ਸੁਨੇਹਾ ਕਰਾਰ ਦਿੱਤਾ ਸੀ ਅਤੇ ਕਿਹਾ ਸੀ ਕਿ ਬਾਈਡਨ ਨੇ ਇਹ ਕਦਮ ਅਮਰੀਕੀਆਂ ਦੀ ਸੁਰੱਖਿਆ ਲਈ ਚੁੱਕਿਆ ਹੈ। ਸਾਕੀ ਨੇ ਕਿਹਾ ਕਿ ਸਟ੍ਰਾਈਕ ਪਿੱਛੇ ਬਾਈਡਨ ਦਾ ਉਦੇਸ਼ ਸੀਰੀਆ ਅਤੇ ਇਰਾਕ ਵਿੱਚ ਅਮਰੀਕੀ ਵਿਰੋਧੀ ਗਤੀਵਿਧੀਆਂ ਨੂੰ ਘੱਟ ਕਰਨਾ ਸੀ। ਪੈਂਟਾਗਨ ਨੇ ਕਿਹਾ ਹੈ ਕਿ ਅਮਰੀਕੀ ਫੌਜੀਆਂ ਨੂੰ ਨਿਸ਼ਾਨਾ ਬਣਾਉਣ ਲਈ ਲਗਾਤਾਰ ਕੀਤੇ ਜਾ ਰਹੇ ਰਾਕਟ ਹਮਲਿਆਂ ਦੇ ਜਵਾਬ ਵਿੱਚ ਵੀਰਵਾਰ ਨੂੰ ਸਟ੍ਰਾਈਕ ਕੀਤੀ ਗਈ ਹੈ, ਜਿਸ ਵਿੱਚ 22 ਮਲੀਸ਼ੀਆ ਮੈਂਬਰ ਮਾਰੇ ਗਏ ਹਨ। ਇਨ੍ਹਾਂ ਹਮਲਿਆਂ ਵਿੱਚੋਂ ਇੱਕ 15 ਫਰਵਰੀ ਨੂੰ ਕੁਰਦ ਦੀ ਰਾਜਧਾਨੀ ਆਰਬਿਲ ਵਿਚਲੇ ਫੌਜੀ ਟਿਕਾਣੇ ਤੇ ਕੀਤਾ ਗਿਆ ਹੈ। ਇਸ ਵਿੱਚ ਇੱਕ ਸਥਾਨਕ ਨਾਗਰਿਕ ਅਤੇ ਗੱਠਜੋੜ ਬਲਾਂ ਨਾਲ ਕੰਮ ਕਰਨ ਵਾਲੇ ਵਿਦੇਸ਼ੀ ਠੇਕੇਦਾਰ ਦੀ ਮੌਤ ਤੋਂ ਇਲਾਵਾ ਕਈ ਅਮਰੀਕੀ ਠੇਕੇਦਾਰਾਂ ਸਮੇਤ ਕਈ ਫੌਜੀ ਵੀ ਜ਼ਖਮੀ ਹੋਏ ਨੇ। ਪੈਂਟਾਗਨ ਦਾ ਕਹਿਣਾ ਹੈ ਕਿ ਮੌਤਾਂ ਦੇ ਜ਼ਖਮੀਆਂ ਦੀ ਗਿਣਤੀ ਬਾਰੇ ਹਾਲੇ ਸਿਰਫ ਮੁੱਢਲੀ ਜਾਣਕਾਰੀ ਹੀ ਹਾਸਿਲ ਹੋਈ ਹੈ। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਤੇਰਸ ਨੇ ਕੰਟਰੋਲ ਰੇਖਾ ਤੇ ਜੰਗਬੰਦੀ ਦੇ ਸਮਝੌਤਿਆਂ ਦੀ ਸਖਤੀ ਨਾਲ ਪਾਲਣਾ ਕਰਨ ਲਈ ਭਾਰਤ ਤੇ ਪਾਕਿਸਤਾਨ ਫੌਜੀਆਂ ਵੱਲੋਂ ਕੀਤੇ ਗਏ ਐਲਾਨ ਦਾ ਸਵਾਗਤ ਕੀਤਾ ਹੈ। ਉਹਨਾਂ ਉਮੀਦ ਪ੍ਰਗਟਾਈ ਹੈ ਕਿ ਇਹ ਸਕਾਰਾਤਮਕ ਕਦਮ ਅੱਗੇ ਦੀ ਗੱਲਬਾਤ ਲਈ ਦੋਵੇਂ ਧਿਰਾਂ ਨੂੰ ਮੌਕਾ ਮੁਹੱਈਆ ਕਰਵਾਏਗਾ। ਗੁਤਰਸ ਦੇ ਬੁਲਾਰੇ ਸਟੀਫਨ ਦੁਜ਼ਾਰਿਕ ਨੇ ਵੀਰਵਾਰ ਨੂੰ ਆਪਣੀ ਨਿਯਮਿਤ ਪ੍ਰੈਸ ਬਰੀਫਿੰਗ 'ਚ ਕਿਹਾ UN ਦੇ ਸਕੱਤਰ ਜਨਰਲ ਕਸ਼ਮੀਰ 'ਚ ਕੰਟਰੋਲ ਰੇਖਾ ਤੇ ਸੀਜ਼ ਫਾਇਰ ਦੇ ਸਾਰੇ ਸਮਝੌਤਿਆਂ ਦੀ ਸਖਤੀ ਨਾਲ ਪਾਲਣਾ ਕਰਨ ਤੇ ਸਥਾਪਿਤ ਤੰਤਰ ਦੇ ਜ਼ਰੀਏ ਸੰਪਰਕ 'ਚ ਰਹਿਣ ਸੰਬੰਧੀ ਦੋਵੇਂ ਦੇਸ਼ਾਂ ਦੀਆਂ ਫੌਜਾਂ ਦੇ ਸਾਂਝੇ ਬਿਆਨ ਤੋਂ ਉਤਸ਼ਾਹਿਤ ਹਨ। ਦੁਜ਼ਾਰਿਕ ਨੇ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਇਹ ਸਕਾਰਾਤਮਕ ਕਦਮ ਅੱਗੇ ਦੀ ਗੱਲਬਾਤ ਲਈ ਮੌਕਾ ਮੁਹੱਈਆ ਕਰਵਾਏਗਾ। ਜਦੋਂ ਦੁਜ਼ਾਰਿਕ ਤੋਂ ਪੁੱਛਿਆ ਗਿਆ ਕਿ ਸਕੱਤਰ ਜਨਰਲ ਗੁਤਰਸ ਦੋਵਾਂ ਦੇਸ਼ਾਂ ਦੇ ਆਗੂਆਂ ਨਾਲ ਗੱਲ ਕਰ ਸਕਦੇ ਹਨ ਤਾਂ ਉਹਨਾਂ ਕਿਹਾ ਕਿ ਫਿਲਹਾਲ ਅਜਿਹੀ ਕੋਈ ਯੋਜਨਾ ਨਹੀਂ ਹੈ। ਹਾਲਾਂਕਿ ਉਹਨਾਂ ਇਹ ਜ਼ਰੂਰ ਕਿਹਾ ਹੈ ਕਿ ਦੋਵੇਂ ਦੇਸ਼ਾਂ 'ਚੋਂ ਕੋਈ ਵੀ ਵਿਚੋਲਗੀ ਦੀ ਅਪੀਲ ਕਰੇਗਾ ਤਾਂ ਉਹਨਾਂ ਦਾ ਦਫ਼ਤਰ ਇਸ ਲਈ ਹਮੇਸ਼ਾ ਤਿਆਰ ਹੈ। ਉਧਰ ਸੰਯੁਕਤ ਰਾਸ਼ਟਰ ਮਹਾਸਭਾ ਦੇ 75ਵੇਂ ਸੈਸ਼ਨ ਦੇ ਚੇਅਰਮੈਨ ਵੋਲਕਨ ਬੋਜ਼ਕਿਰ ਨੇ ਵੀ ਟਵੀਟ ਕਰਕੇ ਕਿਹਾ ਹੈ ਕਿ ਉਹ ਭਾਰਤ ਤੇ ਪਾਕਿਸਤਾਨ ਵਿਚਾਲੇ ਸੀਜ਼ ਫਾਇਰ ਸਮਝੌਤੇ ਦਾ ਤਹਿ ਦਿਲੋਂ ਸਵਾਗਤ ਕਰਦੇ ਹਨ। ਦੱਸਣਯੋਗ ਹੈ ਕਿ ਦੋਵਾਂ ਦੇਸ਼ਾਂ ਦੇ DGMOs ਵਿਚਾਲੇ ਗੱਲਬਾਤ ਤੋਂ ਬਾਅਦ ਜੰਗਬੰਦੀ ਦਾ ਫੈਸਲਾ ਕੀਤਾ ਗਿਆ ਹੈ। ਕੈਨੇਡਾ ਵਿੱਚ ਆ ਕੇ ਨਵੀਂ ਸ਼ੁਰੂਆਤ ਕਰਨ ਦੇ ਚਾਹਵਾਨਾਂ ਦੀਆਂ ਜ਼ਿੰਦਗੀਆਂ ਵੀ ਕੋਰੋਨਾ ਮਹਾਮਾਰੀ ਕਰਕੇ ਪ੍ਰਭਾਵਿਤ ਹੋਈਆਂ ਹਨ। ਕੈਨੇਡਾ 'ਚ PR ਲਈ ਆਈਆਂ ਅਰਜ਼ੀਆਂ ਇਸ ਮਹਾਮਾਰੀ ਦੇ ਚੱਲਦੇ ਲਾਗੂ ਪਾਬੰਦੀਆਂ ਕਾਰਨ ਅਟਕ ਗਈਆਂ ਹਨ। ਰਿਪੋਰਟ ਅਨੁਸਾਰ 2020 ਵਿੱਚ ਕੈਨੇਡਾ ਦਾਖਲ ਹੋਣ ਵਾਲੇ ਨਵੇਂ PR ਦਾ ਅੰਕੜਾ 1,84,000 ਹੀ ਰਿਹਾ, ਜੋ ਕਿ ਸਾਲ ਦੇ ਸ਼ੁਰੂ ਵਿੱਚ ਮਿੱਥੇ ਗਏ ਟੀਚੇ ਤੋਂ ਅੱਧਾ ਸੀ। ਵਿਨੀਪੈਗ ਦਾ ਐਂਡੀ ਸਾਂਗ 2017 ਤੋਂ ਹੀ ਕੈਨੇਡਾ ਵਿੱਚ ਰਹਿ ਕੇ ਕੰਮ ਕਰ ਰਿਹਾ ਹੈ। ਉਸਨੇ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਰਾਹੀਂ ਐਕਸਪ੍ਰੈਸ ਐਂਟਰੀ ਲਈ ਅਪਲਾਈ ਕੀਤਾ ਸੀ, ਪਰ 1 ਸਾਲ ਬੀਤ ਜਾਣ ਦੇ ਬਾਵਜੂਦ ਉਸਨੂੰ ਥੋੜੀ ਹੋਰ ਉਡੀਕ ਕਰਨ ਲਈ ਆਖਿਆ ਜਾ ਰਿਹਾ ਹੈ। ਕੋਵਿਡ-19 ਕਾਰਨ ਯਾਤਰਾ ਤੇ ਲੱਗੀਆਂ ਪਾਬੰਦੀਆਂ ਦੇ ਕਾਰਨ ਉਸਦੇ PR ਸਟੇਟਸ ਨੂੰ ਲੈ ਕੇ ਅਸਥਿਰਤਾ ਬਣੀ ਹੋਈ ਹੈ। ਸਾਂਗ ਨੇ ਦੱਸਿਆ ਹੈ ਕਿ ਉਸ ਦਾ ਵਰਕ ਵੀਜ਼ਾ ਹਾਲੇ ਪ੍ਰੋਸੈਸ ਹੋਣਾ ਬਾਕੀ ਹੈ। ਇਸੇ ਤਰ੍ਹਾਂ ਭਾਰਤ ਤੋਂ ਜਸਕਰਨ ਸਿੰਘ ਸਰੀ BC 'ਚ IT ਐਡਮਿਨਿਸਟ੍ਰੇਟਰ ਵਜੋਂ ਕੰਮ ਕਰ ਰਿਹਾ ਹੈ। ਉਹ IRCC ਵੱਲੋਂ ਆਪਣੀ ਅਰਜ਼ੀ ਦੇ ਪ੍ਰੋਸੈਸ ਹੋਣ ਦੀ ਉਡੀਕ ਕਰ ਰਿਹਾ ਹੈ। ਕਈ ਵਾਰ ਸੰਪਰਕ ਕਰਨ ਤੇ ਵੀ RCC ਵੱਲੋਂ ਉਹਨਾਂ ਨੂੰ ਕੋਈ ਵੀ ਤਸੱਲੀਬਖਸ਼ ਜਵਾਬ ਨਹੀਂ ਦਿੱਤਾ ਗਿਆ।
ਅਮਰੀਕਾ ਨੇ ਕੋਰੋਨਾ ਵਾਇਰਸ ਲਾਗ ਦੀ ਬਿਮਾਰੀ ਖਿਲਾਫ ਸ਼ੁਰੂ ਕੀਤੀ ਜੰਗ ਵਿੱਚ ਰਿਕਾਰਡ 5 ਕਰੋੜ ਲੋਕਾਂ ਦਾ ਟੀਕਾਕਰਨ ਕਰਕੇ ਇੱਕ ਮਹੱਤਵਪੂਰਨ ਉਪਲਬਧੀ ਹਾਸਲ ਕੀਤੀ ਹੈ। ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਹੈ ਕਿ ਉਹਨਾਂ ਦੇ ਕਾਰਜਕਾਲ ਦੇ ਪਹਿਲੇ 100 ਦਿਨਾਂ ਵਿੱਚ 10 ਕਰੋੜ ਲੋਕਾਂ ਦੇ ਟੀਕਾਕਰਨ ਦੇ ਟੀਚੇ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਦੇਸ਼ ਅੱਗੇ ਵਧ ਰਿਹਾ ਹੈ। ਅਮਰੀਕਾ ਦੀ ਇਸ ਉਪਲਬਧੀ ਤੇ ਰਾਸ਼ਟਰਪਤੀ ਜੋ ਬਾਈਡਨ ਨੇ ਵਾਈਟ ਹਾਊਸ ਤੋਂ ਦੇਸ਼ ਵਾਸੀਆਂ ਨੂੰ ਆਪਣੇ ਸੰਬੋਧਨ ਵਿੱਚ ਕਿਹਾ ਹਾਲੇ ਆਰਾਮ ਨਾਲ ਬੈਠਣ ਦਾ ਸਮਾਂ ਨਹੀਂ ਹੈ। ਉਹਨਾਂ ਨੇ ਵੀਰਵਾਰ ਨੂੰ ਕਿਹਾ ਸਾਨੂੰ ਆਪਣੇ ਹੱਥ ਨੂੰ ਧੋਂਦੇ ਰਹਿਣਾ ਚਾਹੀਦਾ ਹੈ, ਸਮਾਜਿਕ ਦੂਰੀ ਦੀ ਪਾਲਣਾ ਕਰਨੀ ਚਾਹੀਦੀ ਹੈ ਤੇ ਮਾਸਕ ਪਾਉਣਾ ਚਾਹੀਦਾ ਹੈ। ਇਸ ਲੜਾਈ ਵਿੱਚ ਥੋੜੀ ਬਹੁਤ ਤਰੱਕੀ ਇਸ ਲਈ ਹੋਈ ਹੈ ਕਿਉਂਕਿ ਕਈ ਅਮਰੀਕੀ ਇਹਨਾਂ ਦਿਸ਼ਾ ਨਿਰਦੇਸ਼ਾਂ ਦੀ ਸਖਤੀ ਨਾਲ ਪਾਲਣਾ ਕਰ ਰਹੇ ਹਨ। ਜੇਕਰ ਅਸੀਂ ਢਿੱਲ ਵਰਤੀ ਤਾਂ ਇਹ ਸਭ ਤੋਂ ਬੁਰੀ ਗੱਲ ਹੋਵੇਗੀ। ਉਹਨਾਂ ਨੇ ਕਿਹਾ ਹੈ ਕਿ ਜਿੰਨੇ ਜ਼ਿਆਦਾ ਲੋਕਾਂ ਦਾ ਟੀਕਾਕਰਨ ਹੋਵੇਗਾ ਉਨੀ ਹੀ ਤੇਜ਼ੀ ਨਾਲ ਅਸੀਂ ਮਹਾਮਾਰੀ ਨੂੰ ਹਰਾ ਪਾਵਾਂਗੇ। ਇਸ ਲਈ ਸਹੁੰ ਚੁੱਕਣ ਦੇ ਨਾਲ ਹੀ ਮੈਂ ਸੰਕੇਤ ਦਿੱਤਾ ਸੀ ਕਿ ਮੇਰਾ ਟੀਚਾ ਆਪਣੇ ਕਾਰਜਕਾਲ ਦੇ ਪਹਿਲੇ 100 ਦਿਨਾਂ ਵਿੱਚ 10 ਕਰੋੜ ਲੋਕਾਂ ਦਾ ਟੀਕਾਕਰਨ ਕਰਨਾ ਹੈ। ਬਾਈਡਨ ਨੇ ਕਿਹਾ ਕਿ ਰਾਸ਼ਟਰਪਤੀ ਬਣਨ ਦੇ ਸਿਰਫ 37 ਦਿਨਾਂ ਦੇ ਅੰਦਰ ਅਮਰੀਕਾ ਨੇ 5 ਕਰੋੜ ਲੋਕਾਂ ਦਾ ਟੀਕਾਕਰਨ ਕਰਕੇ ਇਸ ਦਿਸ਼ਾ ਵਿੱਚ ਅੱਧਾ ਰਸਤਾ ਤੈਅ ਕਰ ਲਿਆ ਹੈ। ਕੈਨੇਡਾ 'ਚ ਥਲ ਸੈਨਾ ਦੇ ਮੁਖੀ ਐਡਮਿਰਲ ਆਰਟ ਮੈਕਡੋਨਾਲਡ ਨੇ ਅਚਾਨਕ ਅਸਤੀਫਾ ਦੇ ਦਿੱਤਾ ਹੈ। ਉਹਨਾਂ ਬੀਤੇ ਮਹੀਨੇ ਹੀ ਆਪਣਾ ਅਹੁਦਾ ਸੰਭਾਲਿਆ ਸੀ। ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਕਿਹਾ ਹੈ ਕਿ ਸੈਨਾ ਮੁਖੀ ਵਿਰੁੱਧ ਮਿਲਟਰੀ ਪੁਲਿਸ ਵੱਲੋਂ ਕੁਝ ਦੋਸ਼ਾਂ ਖਿਲਾਫ ਜਾਂਚ ਸ਼ੁਰੂ ਕੀਤੀ ਗਈ ਹੈ, ਜਿਸ ਬਾਰੇ ਸੈਨਾ ਮੁਖੀ ਨੂੰ ਹੀ ਪਤਾ ਲੱਗਾ ਸੀ। ਦੋਸ਼ਾਂ ਦਾ ਵਿਸਥਾਰ ਨਹੀਂ ਦੱਸਿਆ ਗਿਆ ਹੈ। ਐਡਮਿਰਲ ਮੈਕਡੋਨਾਲਡ ਨੇ ਆਖਿਆ ਹੈ ਕਿ ਜਿਸ ਕਿਸੇ ਕੋਲ ਵੀ ਉਹਨਾਂ ਦੇ ਵਿਵਹਾਰ ਬਾਰੇ ਜਾਣਕਾਰੀ ਹੈ ਉਸ ਨੂੰ ਬੇਝਿਜਕ ਸਾਹਮਣੇ ਆ ਕੇ ਦੱਸਣਾ ਚਾਹੀਦਾ ਹੈ। 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਕਿਸਾਨ ਟਰੈਕਟਰ ਪਰੇਡ ਦੌਰਾਨ ਦਿੱਲੀ ਦੇ ਆਈਟੀਓ ਚੌਂਕ ਵਿਖੇ ਮਾਰੇ ਗਏ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਰਾਮਪੁਰ ਦੇ ਪਿੰਡ ਡਿਬਡਿਬਾ ਦੇ ਨੌਜਵਾਨ ਕਿਸਾਨ ਨਵਰੀਤ ਸਿੰਘ ਦੇ ਸਰੀਰ ਤੇ ਗੋਲੀ ਦਾ ਕੋਈ ਨਿਸ਼ਾਨ ਨਹੀਂ ਮਿਲਿਆ। ਉਕਤ ਜਾਣਕਾਰੀ ਯੂਪੀ ਤੇ ਦਿੱਲੀ ਪੁਲਿਸ ਨੇ ਹਾਈ ਕੋਰਟ ਨੂੰ ਦਿੱਤੀ ਹੈ। ਦੋਵਾਂ ਰਾਜਾਂ ਦੀ ਪੁਲਿਸ ਨੇ ਰਾਮਪੁਰਾ ਜ਼ਿਲ੍ਹਾ ਹਸਪਤਾਲ ਵੱਲੋਂ ਜਾਰੀ ਪੋਸਟਮਾਰਟਮ ਤੇ ਐਕਸ-ਰੇ ਰਿਪੋਰਟਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਮ੍ਰਿਤਕ ਦੇ ਸਰੀਰ ਤੇ ਇੱਕ ਵੀ ਗੋਲੀ ਦਾ ਨਿਸ਼ਾਨ ਨਹੀਂ ਸੀ। ਦਿੱਲੀ ਪੁਲਿਸ ਨੇ ਕਿਹਾ ਕਿ ਪੋਸਟਮਾਰਟਮ ਰਿਪੋਰਟ ਅਨੁਸਾਰ ਹਾਦਸੇ ਕਾਰਨ ਨਵਰੀਤ ਸਿੰਘ ਦੇ ਸਿਰ ਤੇ ਸੱਟ ਲੱਗੀ ਸੀ, ਜੋ ਉਸ ਦੀ ਮੌਤ ਦਾ ਕਾਰਨ ਬਣੀ ਹੈ। ਜ਼ਿਕਰਯੋਗ ਹੈ ਕਿ ਮ੍ਰਿਤਕ ਦੇ ਦਾਦਾ ਹਰਦੀਪ ਸਿੰਘ ਵੱਲੋਂ ਹਾਈ ਕੋਰਟ 'ਚ ਪਟੀਸ਼ਨ ਦਾਇਰ ਕਰਕੇ ਦਾਅਵਾ ਕੀਤਾ ਗਿਆ ਸੀ ਕਿ ਨਵਰੀਤ ਸਿੰਘ ਦੇ ਸਿਰ 'ਚ ਗੋਲੀ ਲੱਗੀ ਸੀ, ਜਿਸ ਤੇ ਹਾਈ ਕੋਰਟ ਨੇ ਦਿੱਲੀ ਤੇ ਯੂਪੀ ਪੁਲਿਸ ਨੂੰ ਜਵਾਬ ਦਾਇਰ ਕਰਨ ਲਈ ਕਿਹਾ ਸੀ। ਚੋਣ ਕਮਿਸ਼ਨ ਨੇ ਅੱਜ ਪੱਛਮੀ ਬੰਗਾਲ, ਤਾਮਿਲਨਾਡੂ, ਅਸਾਮ, ਕੇਰਲ ਤੇ ਪੁਡੂਚੇਰੀ ਵਿੱਚ ਵਿਧਾਨ ਸਭਾ ਚੋਣਾਂ ਦਾ ਐਲਾਨ ਕਰ ਦਿੱਤਾ ਹੈ। ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਦੱਸਿਆ ਕਿ ਕੋਰੋਨਾ ਕਾਰਨ ਕੁਝ ਖਾਸ ਇੰਤਜ਼ਾਮ ਕੀਤੇ ਗਏ ਹਨ। VOTING ਦਾ ਸਮਾਂ 1 ਘੰਟਾ ਵਧਾਇਆ ਗਿਆ ਹੈ ਤੇ ਚੋਣਾਂ ਵਾਲੇ ਰਾਜਾਂ ਵਿੱਚ ਅੱਜ ਤੋਂ ਚੋਣ ਜ਼ਾਬਤਾ ਲਾਗੂ ਹੋ ਜਾਵੇਗਾ। 4 ਸੂਬਿਆਂ ਤੇ 1 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 27 ਮਾਰਚ ਤੋਂ 29 ਅਪ੍ਰੈਲ ਤੱਕ ਵੱਖ-ਵੱਖ ਗਿਣਾਂ ਵਿੱਚ ਵੋਟਾਂ ਪੈਣਗੀਆਂ ਅਤੇ 2 ਮਈ ਨੂੰ ਨਤੀਜੇ ਐਲਾਨੇ ਜਾਣਗੇ। ਪੱਛਮੀ ਬੰਗਾਲ ਵਿੱਚ 8 ਅਤੇ ਅਸਾਮ ਵਿੱਚ 3 ਪੜਾਵਾਂ 'ਚ ਵੋਟਾਂ ਪੈਣਗੀਆਂ, ਜਦਕਿ ਤਾਮਿਲਨਾਡੂ, ਕੇਰਲ ਅਤੇ ਪੁਡੂਚੇਰੀ 'ਚ ਇੱਕੋ ਪੜਾਅ 'ਚ 6 ਅਪ੍ਰੈਲ ਨੂੰ ਵੋਟਾਂ ਦਾ ਅਮਲ ਨੇਪਰੇ ਚੜੇਗਾ। ਮੁੱਖ ਚੋਣ ਕਮਿਸ਼ਨਰ ਨੇ ਦੱਸਿਆ ਕਿ ਇਸ ਵਿਧਾਨ ਸਭਾ 'ਚ ਚੋਣਾਂ 'ਚ ਲੋੜੀਂਦੀ ਗਿਣਤੀ 'ਚ ਕੇਂਦਰੀ ਸੁਰੱਖਿਆ ਬਲਾਂ ਨੂੰ ਇਨ੍ਹਾਂ 50 ਰਾਜਾਂ ਵਿੱਚ ਤਾਇਨਾਤ ਕੀਤਾ ਜਾਵੇਗਾ। ਸੰਵੇਦਨਸ਼ੀਲਤਾ ਬੂਥਾਂ ਦੀ ਪਛਾਣ ਕਰ ਲਈ ਗਈ ਹੈ। ਚੋਣਾਂ ਦੌਰਾਨ ਵੋਟਰਾਂ ਦੀ ਸੁਰੱਖਿਆ ਦਾ ਪੂਰਾ ਧਿਆਨ ਰੱਖਿਆ ਜਾਵੇਗਾ। ਚੋਣ ਕਮਿਸ਼ਨਰ ਨੇ ਕਿਹਾ ਹੈ ਕਿ ਕੋਰੋਨਾ ਕਾਲ ਦੌਰਾਨ ਕਰਵਾਈਆਂ ਗਈਆਂ ਬਿਹਾਰ ਦੀਆਂ ਚੋਣਾਂ ਉਹਨਾਂ ਲਈ ਲਿਮਿਟਡ ਟੈਸਟ ਵਾਂਗ ਸੀ। ਕੋਰੋਨਾ ਕਾਲ 'ਚ ਬਿਹਾਰ ਚੋਣਾਂ ਸਫਲ ਰਹੀਆਂ ਹਨ। ਵੱਡੀ ਗਿਣਤੀ 'ਚ ਔਰਤਾਂ ਨੇ ਬਿਹਾਰ ਵਿਧਾਨ ਸਭਾ ਚੋਣਾਂ 'ਚ ਵੱਧ ਚੜ੍ਹ ਕੇ VOTING ਕੀਤੀ ਸੀ। ਚੋਣ ਕਮਿਸ਼ਨਰ ਨੇ ਦੱਸਿਆ ਹੈ ਕਿ ਪੱਛਮੀ ਬੰਗਾਲ ਦੀਆਂ 294 ਸੀਟਾਂ ਲਈ 27 ਮਾਰਚ ਨੂੰ ਚੋਣਾਂ ਦਾ ਪਹਿਲਾ ਗੇੜ ਸ਼ੁਰੂ ਹੋਏਗਾ। ਦੂਜਾ ਗੇੜ 1 ਅਪ੍ਰੈਲ, ਤੀਜਾ 6 ਅਪ੍ਰੈਲ, ਚੌਥਾ 10 ਅਪ੍ਰੈਲ, ਪੰਜਵਾਂ 17 ਅਪ੍ਰੈਲ, 6ਵਾਂ 22 ਅਪ੍ਰੈਲ, 7ਵਾਂ 26 ਅਪ੍ਰੈਲ, ਜਦਕਿ ਆਖਰੀ ਤੇ 8ਵਾਂ ਗੇੜ ਤਹਿਤ 29 ਅਪ੍ਰੈਲ ਨੂੰ ਵੋਟਾਂ ਪਾਈਆਂ ਜਾਣਗੀਆਂ। ਅਸਾਮ ਦੀਆਂ 126 ਵਿਧਾਨ ਸਭਾ ਸੀਟਾਂ ਲਈ 3 ਗੇੜਾਂ 'ਚ ਹੋਣ ਵਾਲੀ VOTING ਦਾ ਪਹਿਲਾ ਗੇੜ 27 ਮਾਰਚ ਨੂੰ ਸ਼ੁਰੂ ਹੋਵੇਗਾ, ਜਦਕਿ ਦੂਜਾ 1 ਅਪ੍ਰੈਲ ਤੇ ਤੀਜਾ ਗੇੜ ਤਹਿਤ 6 ਅਪ੍ਰੈਲ ਨੂੰ VOTING ਹੋਵੇਗੀ। ਇਸ ਤੋਂ ਇਲਾਵਾ ਤਾਮਿਲਨਾਡੂ ਦੀਆਂ 234, ਕੇਰਲ ਦੀਆਂ 140, ਕੇਂਦਰ ਸ਼ਾਸਿਤ ਪ੍ਰਦੇਸ਼ ਪੁਡੂਚੇਰੀ ਦੀਆਂ 30 ਵਿਧਾਨ ਸਭਾ ਸੀਟਾਂ ਲਈ ਇੱਕੋ ਪੜਾਅ ਤਹਿਤ 6 ਅਪ੍ਰੈਲ ਨੂੰ VOTING ਹੋਏਗੀ। ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਦੱਸਿਆ ਕਿ 4 ਰਾਜਾਂ ਤੇ 1 ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਕੁੱਲ 824 ਵਿਧਾਨ ਸਭਾ ਹਲਕਿਆਂ 'ਚ VOTING ਹੋਏਗੀ। ਉਹਨਾਂ ਦੱਸਿਆ ਕਿ 8 ਪੜਾਅ 'ਚ ਹੋਣ ਵਾਲੀਆਂ ਇਹਨਾਂ ਚੋਣਾਂ ਦੀਆਂ ਵੋਟਾਂ 'ਚ 18 ਕਰੋੜ ਤੋਂ ਵੱਧ ਵੋਟਰ ਆਪਣੇ ਵੋਟ ਤੇ ਅਧਿਕਾਰ ਦੀ ਵਰਤੋਂ ਕਰ ਸਕਣਗੇ। ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਭੀੜ ਭੜੱਕੇ ਵਾਲੇ ਚੌਂਕ ਵਿੱਚ ਪ੍ਰਦਰਸ਼ਨਕਾਰੀਆਂ ਨੇ ਲੇਖਕ ਤੇ ਕਮੈਂਟੇਟਰ ਮੁਸ਼ਤਾਕ ਅਹਿਮਦ ਦੀ ਜੇਲ੍ਹ ਵਿੱਚ ਹੋਈ ਮੌਤ ਖਿਲਾਫ ਪ੍ਰਦਰਸ਼ਨ ਕੀਤਾ ਹੈ। ਅਹਿਮਦ, ਜਿਸ ਦੀ ਲੰਘੇ ਦਿਨ ਜੇਲ੍ਹ ਵਿੱਚ ਮੌਤ ਹੋ ਗਈ ਸੀ, ਨੂੰ ਡਿਜੀਟਲ ਸੁਰੱਖਿਆ ਕਾਨੂੰਨ ਦੀ ਉਲੰਘਣਾ ਦੇ ਦੋਸ਼ ਵਿੱਚ ਪਿਛਲੇ ਸਾਲ ਮਈ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਆਲੋਚਕਾਂ ਨੇ ਅਹਿਮਦ ਦੀ ਗ੍ਰਿਫਤਾਰੀ ਨੂੰ ਪ੍ਰਗਟਾਵੇ ਦੀ ਆਜ਼ਾਦੀ ਤੇ ਹਮਲਾ ਕਰਾਰ ਦਿੱਤਾ ਸੀ। ਮੁਸ਼ਤਾਕ ਨੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਕੋਰੋਨਾ ਮਹਾਮਾਰੀ ਨਾਲ ਨਜਿੱਠਣ ਦੇ ਢੰਗ ਤਰੀਕੇ ਦੀ ਸੋਸ਼ਲ ਮੀਡੀਆ ਤੇ ਨੁਕਤਾਚੀਨੀ ਕੀਤੀ ਸੀ। ਮੁਸ਼ਤਾਕ
ਰਜ਼ਾਕ ਨੂੰ ਘੱਟੋ-ਘੱਟ 6 ਵਾਰ ਜ਼ਮਾਨਤ ਦੇਣ ਤੋਂ ਇਨਕਾਰ ਕੀਤਾ ਗਿਆ ਸੀ। ਅਹਿਮਦ ਦੀ ਮੌਤ ਦੇ ਕਾਰਨਾਂ ਬਾਰੇ ਕੁਝ ਵੀ ਸਪਸ਼ਟ नहीं है। गृह मंत्री असदुज्जमान ने कहा है कि जांच जारी है। ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ। ਕੁਝ ਦਿਨਾਂ ਦੀ ਰਾਹਤ ਮਗਰੋਂ ਅੱਜ ਕੀਮਤਾਂ 'ਚ ਇੱਕ ਵਾਰ ਫਿਰ ਵਾਧਾ ਹੋ ਗਿਆ ਹੈ। ਦਿੱਲੀ 'ਚ ਪੈਟਰੋਲ ਦੀ ਕੀਮਤ 24 ਪੈਸੇ ਪ੍ਰਤੀ ਲੀਟਰ ਤੇ ਡੀਜ਼ਲ ਦੀ ਕੀਮਤ 15 ਪੈਸੇ ਪ੍ਰਤੀ ਲੀਟਰ ਦਾ ਇਜ਼ਾਫਾ ਹੋਇਆ ਹੈ। ਕੀਮਤਾਂ 'ਚ ਲਗਾਤਾਰ ਵਾਧੇ ਦੀ ਵਜ੍ਹਾ ਨਾਲ ਦਿੱਲੀ 'ਚ ਪੈਟਰੋਲ 91 ਰੁਪਏ ਤੋਂ ਪਾਰ ਪਹੁੰਚ ਗਿਆ ਹੈ। ਮੁੰਬਈ 'ਚ ਪੈਟਰੋਲ ਪ੍ਰਤੀ ਲੀਟਰ 97 ਰੁਪਏ 47 ਪੈਸੇ ਪ੍ਰਤੀ ਲੀਟਰ ਹੋ ਗਿਆ ਹੈ। अंतरराष्ट्रीय बाजार च कच्चे तेल च तेजी नाल सिलसिला जारी है। बेंचमार्क कच्चा तेल ब्रेंट क्रूड $66 प्रति बैरल तो ऊपर बनया होया है ते WTI दी कीमत $63 तो ऊपर चल रही है। जानकार दसदे हन कि तेल दी मांग वधन ते उत्पादक च कटौती दे चलदियां भाव च तेजी देखी जा रही है, जिस नाल अगे पेट्रोल ते डीजल दे भाव च वाधा देखण नूं मिल सकता है। बीते दिन मजदूर कारकुन नौदीप कौर नूं हाई कोर्ट तो वड्डी राहत मिली सी। कल नौदीप कौर 1.5 महीने बाद जेल तो बाहर आई है। हरियाणा विच मजदूरां लई लड़ रही नौदीप कौर ने रिहाई तो बाद कहा है कि वह फिर ਸਿੰਘੂ सरहद ते जाके किसानां नाल बैठेगी। नौदीप कौर नूं करनाल तो रिहा कर दिता गया है। उस उत्ते विरोध प्रदर्शनां दौरान हिंसा विच शामिल होण दा दोष लगाया गया सी। तिन्हां मामलिਆਂ विच जमानत मिलन तो बाद उस नूं शुक्रवार नूं रिहा कर दिता गया है। नौदीप कौर ने सारिਆਂ ਦਾ ਧੰਨਵਾਦ ਕੀਤਾ है। नौदीप कौर ने कहा है कि वह दुनिया भर के सहयोग लई धन्नवाद करती है। मैं अगे भी लड़ांगी, लड़ती रहांगी, लोकां लई काम करना जारी रखांगी। नौदीप कौर ने कहा है कि उन्हां दे साथी शिव कुमार 12 जनवरी नूं होए विरोध प्रदर्शन दौरान उन्हां नाल मौजूद नहीं सी, फिर भी उसनूं बुरी तरह नाल कुੱਟਿਆ गया है। कानून व्यवस्था नूं विगाड़न की कोशिश करन दी गल ते नौदीप कौर ने कहा है कि उन्हां ने कदे इसे तरह नहीं कीता है। नौदीप कौर ने कहा है कि मैं हुण अपने परिवारक मैंबरां नाल गल करांगी। नौदीप ने कहा है कि मैं ਸਿੰਘੂ सरहद ते फिर जावांगी ਅਤੇ किसानां नाल बैठांगी। वसूली हिंसा के दोषां ते नौदीप कौर ने कहा है कि यह मामला अदालत च विचार अधीन है, इसलिए मैं होर नहीं कहना चाहती। नौदीप कौर ने कहा है कि मैं अपने वकील नाल गल करन तो बाद ही अपनी अगे दी रणनीति बारे गल करांगी। जिला बरनाला दी एक 22 साला लड़की ने इल्जाम लाए हैं कि लगातार 8 महीने उस नाल बलात्कार होया है। पुलिस ਵੱਲੋਂ ਹੁਣ तक इस मामले ਵਿੱਚ 2 औरतां समेत कुल 7 ਲੋਕਾਂ ਤੇ ਪਰਚਾ ਦਰਜ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਮਾਮਲੇ ਦੀ ਜਾਂਚ ਕਰਨ ਵਾਲੇ 3 ਥਾਣੇਦਾਰਾਂ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਿਕ ਪੁਲਿਸ ਮੁਲਾਜ਼ਮਾਂ ਤੇ ਪੀੜਤ ਲੜਕੀ ਨੂੰ ਡਰਾਉਣ ਧਮਕਾਉਣ ਦੇ ਦੋਸ਼ ਲੱਗੇ ਹਨ। ਉਧਰ ਕਾਰਵਾਈ ਕਰਦਿਆਂ ਪੁਲਿਸ ਨੇ ਪੀੜਤ ਲੜਕੀ ਨੂੰ ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾ ਕੇ ਮੈਡੀਕਲ ਉਪਰੰਤ ਮੈਜਿਸਟ੍ਰੇਟ ਕੋਲ ਬਿਆਨ ਦਰਜ करवा दिते हैं। बरनाला के डीएसपी लखवीर सिंह टिवाना ने दस्सिया कि इस सारे मामले विच 10 जुलाई 2020 विच एक मामला पीड़ित लड़की की माता के बयानों के आधार ते दर्ज किया गया सी, जिस विच पीड़िता की माता ने किराएदार औरत ते उन्हां दी लड़की नूं अगवा करन दे दोष लगाए सी। इस उपरंत चलदी जांच दौरान 28 जुलाई 2020 नूं लड़की ने मैजिस्ट्रेट कोल बयान दर्ज करवाए हैं कि वह बालिग है अते अपनी मर्जी नाल विआह करवा के रहना चाहती है। टिवाना ने दस्सिया कि 23 फरवरी नूं पीड़िता नाल बलात्कार दा मामला सामने आया है, जिस मगरों पीड़ित नूं मूड़ मैजिस्ट्रेट कोल बयानां लई पेश किया गया है। बयानां विच लड़की ने कहा है कि उसका धक्के नाल विआह करके बलात्कार किया गया है। इस दे नाल ही उसने 3 थाणेदारां ते डराउण धमकाउण दे दोष लगाए हैं, जिस मगरों 3 थाणेदारां नूं सस्पेंड कर दिता गया है। पश्चिमी बंगाल विधान सभा चोणां दीआं तरीकां दा ऐलान कर दिता गया है। राज विच 8 पड़ावां विच वोटां पाईआं जाणगीआं ते नतीजे 4 होर राज्यां दे नाल 2 मई नूं आउणगे। चोण कमिशन अनुसार पश्चिमी बंगाल विच 1,01,916 पोलिंग स्टेशन स्थापित किए जाणगे, पर इस ऐलान मगरों ममता बैनर्जी ने चोण कमिशन ते सवाल चुके हैं। उन्हां 8 पड़ावां विच वोटां करवाउण दे इतराज जताया है। ममता बैनर्जी ने दोष लगाउंदे होए कहा है कि बीजेपी दी सुविधा दे हिसाब नाल तारीखां दा ऐलान किया गया है। उन्हां सवाल चुकिया है कि इक्को जिले विच 3 वार चोणां क्यों। उन्हें कहा है कि बीजेपी नूं बंगाली ही जवाब देणगे, बंगाल विच बंगाली ही राज करनगे। दस दईए कि पहले पड़ाव लई वोटिंग 27 मार्च नूं होवेगी, दूजे पड़ाव लई 1 अप्रैल नूं वोटां पैणगीआं, तीजा पड़ाव 6 अप्रैल नूं, चौथा पड़ाव 10 अप्रैल नूं, पंजवां पड़ाव 17 अप्रैल नूं अते 6वां पड़ाव 22 अप्रैल नूं होवेगा। इह सन अज दीआं खास खबरां। देश विदेश दीआं होर खबरां लई तुसीं देखदे रहो पंजाब मेल USA चैनल। धन्नवाद।